ਕਾਂਗਰਸ ਪਾਰਟੀ ਤੋਂ ਟਿਕਟ ਕੱਟੀ ਗਈ ਤੇ ਟਿਕਟ ਤਾਂ ਇੱਥੋਂ ਵੀ ਹੁਣ ਮਿਲਣ ਦਾ ਕੋਈ ਚਾਂਸ ਨਹੀਂ ਤੇ ਹੁਣ ਤੁਸੀਂ ਭਾਜਪਾ ਦੇ ਵਿੱਚ ਸ਼ਾਮਲ ਹੋ। नहीं टिकट करके नहीं जी, देखो टिकट मेरा कभी भी मकसद नहीं सीगा, बट मैं काम किया और कम्मा नू नज़रअंदाज करके सिर्फ इस करके कि कोई किसी दा भतीजा है, किसी लीडर दा भतीजा है, किसी मंत्री दा रिश्तेदार है, उस करके मेरी टिकट कट्टी गई, उसके खिलाफ मेरी लड़ाई। मेरे नाल विश्वासघात किया गया, मैनू क्या कुछ गया, मेरे तो कागज़ वापस करवाए गए और उस तो बाद नतीजे तुहाडे सामने है। भाजपा ही क्यों? ਕੰਮ ਕੀਤਾ ਹੈ, ਮਿਹਨਤ ਕੀਤੀ ਹੈ, ਜ਼ਮੀਨ ਨਾਲ ਜੁੜੀ ਹੋਈ ਹਾਂ। ਅੱਜ ਕਿਸੇ ਵੀ ਹੋਰ ਪਾਰਟੀ ਨਾਲੋਂ ਜ਼ਿਆਦਾ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਹੀ ਇੰਨੀ ਸક્ષਮ ਹੈ ਕਿ ਜੋ ਸਾਨੂੰ ਡਿਵੈਲਪਮੈਂਟ ਵਾਸਤੇ ਔਰ ਸਾਡੇ ਸੁਨਾਮ ਦੇ ਜਿਹੜੇ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਹੈ ਉੱਥੇ ਕੰਮ ਕਰਵਾਉਣ ਵਾਸਤੇ ਸਾਡਾ ਸਾਥ ਦੇ ਸਕੇ। ਪੰਜੇ ਨੂੰ ਛੱਡ ਕੇ ਕਮਲ ਪਾ ਲਓ। ਭਾਜਪਾ ਵਿੱਚ ਜੋ ਮੈਨੂੰ ਨਜ਼ਰ ਆਇਆ ਕਿ ਇੱਥੇ ਮਿਹਨਤ ਨੂੰ ਪਰਿਵਾਰ ਤੋਂ ਉੱਪਰ ਤਰਜੀਹ ਦਿੱਤੀ ਜਾਂਦੀ ਹੈ। ਕਿਸਾਨੀ ਅੰਦੋਲਨ ਤੋਂ ਬਾਅਦ ਵਿੱਚ ਭਾਜਪਾ ਪਾਰਟੀ ਦੇ ਉੱਤੇ ਇੱਕ ਵੱਡਾ ਅਸਰ ਪਿਆ ਸੀ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਉਹ ਵੀ ਵੱਡਾ ਚੈਲੰਜ ਆਊਗਾ? ਕਿਸਾਨੀ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਸ਼ਾਇਦ ਇਹ ਹੋਇਆ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੇ ਮਾਫੀ ਵੀ ਮੰਗੀ ਔਰ ਉਹਨਾਂ ਨੇ ਉਸ ਚੀਜ਼ ਤੇ ਅਫਸੋਸ ਵੀ ਜ਼ਾਹਿਰ ਕੀਤਾ ਔਰ ਬਿਲਕੁਲ ਉਹ ਤਿੰਨੋਂ ਜਿਹੜੇ ਕਾਨੂੰਨ ਸੀਗੇ ਉਹ ਸਾਡੇ ਪੰਜਾਬ ਦੇ ਖਿਲਾਫ ਸਨ ਔਰ ਉਹ ਇਸੇ ਕਰਕੇ ਵਾਪਸ ਵੀ ਹੋਇਆ। ਮਿਹਨਤ ਕਰਾਂਗੇ ਔਰ ਆਪਣੀ ਪਾਰਟੀ ਨੂੰ ਔਰ ਆਪਣੇ ਕੈਂਡੀਡੇਟ ਨੂੰ ਉੱਥੇ ਮਜ਼ਬੂਤੀ ਨਾਲ ਜਿਹੜੀ ਚੋਣ ਹੈ ਉਹ ਲੜਾਂਗੇ। ਨਾਮ ਦੀ ਜਿਹੜੀ ਟਿਕਟ ਹੈ ਉਹ ਸਿਰਫ ਇੱਕ ਸਮਝੌਤੇ ਤਹਿਤ ਕੱਟੀ ਗਈ, ਨਜ਼ਦੀਕੀ ਨੂੰ ਐਡਜਸਟ ਕਰਨ ਵਾਸਤੇ 2-3 ਸੀਟਸ ਜਿਹੜੀਆਂ ਚੇਂਜ ਹੋਈਆਂ। ਤੁਹਾਡੇ ਕਹਿਣ ਦਾ ਭਾਵ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਦਾ ਕਰਕੇ ਤੁਹਾਡੀ ਟਿਕਟ ਕੱਟੀ ਗਈ? ਬਿਲਕੁਲ ਜੀ, ਉਹਨਾਂ ਦੇ ਕਰਕੇ ਮਤਲਬ ਉਹਨਾਂ ਦਾ ਕੋਈ ਮੇਰੇ ਨਾਲ ਕੋਈ ਪ੍ਰੋਬਲਮ ਨਹੀਂ ਸੀ ਪਰ ਉਹ ਆਪਣੇ ਭਤੀਜੇ ਨੂੰ ਅਮਰਗੜ੍ਹ ਤੋਂ ਐਡਜਸਟ ਕਰਨਾ ਚਾਹੁੰਦੇ ਸੀ ਜਿਸ ਦੇ ਕਾਰਨ ਸਨਾਮ ਦੀ ਸੀਟ ਵੀ ਚੇਂਜ ਕੀਤੀ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਮਮਤਾ ਤੁਹਾਡੇ ਨਾਲ। ਟਿਕਟਾਂ ਕੱਟਣ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਵਿੱਚ ਬਾਗੀ ਸੁਰ ਦੇਖਣ ਨੂੰ ਮਿਲ ਰਹੇ ਨੇ ਤੇ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋਇਆ ਜਾ ਰਿਹਾ ਤੇ ਦਾਮਨ ਥਿੰਦ ਬਾਜਵਾ ਹਾਲਾਂਕਿ ਟਿਕਟ ਕੱਟਣ ਤੋਂ ਬਾਅਦ ਵਿੱਚ ਸੁਰਖੀਆਂ ਦੇ ਵਿੱਚ ਵੀ ਰਹੇ ਸੀ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਹੈ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਬਈ ਕਾਂਗਰਸ ਪਾਰਟੀ ਤੋਂ ਟਿਕਟ ਕੱਟੀ ਗਈ ਤੇ ਟਿਕਟ ਤਾਂ ਇੱਥੋਂ ਵੀ ਹੁਣ ਮਿਲਣ ਦਾ ਕੋਈ ਚਾਂਸ ਨਹੀਂ ਤੇ ਹੁਣ ਤੁਸੀਂ ਭਾਜਪਾ ਦੇ ਵਿੱਚ ਸ਼ਾਮਲ ਹੋ? ਨਹੀਂ ਟਿਕਟ ਕਰਕੇ ਨਹੀਂ ਜੀ, ਦੇਖੋ ਟਿਕਟ ਮੇਰਾ ਕਦੀ ਵੀ ਮਕਸਦ ਨਹੀਂ ਸੀਗਾ। ਈਵਨ ਜਿਹੜਾ ਪਹਿਲਾਂ ਵੀ ਟਿਕਟ ਕੱਟੀ ਜਾਣ ਤੇ ਵੀ ਜੋ ਮੈਂ ਆਵਾਜ਼ ਉਠਾਈ ਹੈ ਉਹ ਸਿਰਫ ਇਸ ਗੱਲ ਕਰਕੇ ਉਠਾਈ ਹੈ ਕਿ ਜੇ ਮੇਰੀ ਟਿਕਟ ਕੱਟ ਕੇ ਕਿਸੇ ਵੀ ਐਸੇ ਵਿਅਕਤੀ ਨੂੰ ਦਿੱਤੀ ਜਾਂਦੀ ਜਿਹਨੇ ਮੇਰੇ ਈਵਨ ਜੇ ਮੇਰੇ ਬਰਾਬਰ ਨਹੀਂ ਤਾਂ ਮੇਰੇ ਤੋਂ ਘੱਟ ਕੰਮ ਕੀਤਾ ਹੁੰਦਾ, ਜਿਹੜਾ ਸੁਨਾਮ ਦਾ ਹੁੰਦਾ ਜਾਂ ਜਿਹੜਾ ਡਿਜ਼ਰਵਿੰਗ ਹੁੰਦਾ ਤਾਂ ਮੈਨੂੰ ਕੋਈ ਉਹਦੇ 'ਚ ਕੋਈ ਸ਼ੰਕਾ ਨਹੀਂ ਸੀਗੀ। ਮੈਨੂੰ ਪਿਛਲੀ ਵਾਰ ਪਾਰਟੀ ਨੇ ਮੌਕਾ ਦਿੱਤਾ ਸੀ, ਮੈਂ ਹਾਰ ਗਈ, ਬਟ ਮੈਂ ਕੰਮ ਕੀਤਾ ਔਰ ਕੰਮਾਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਇਸ ਕਰਕੇ ਕਿ ਕੋਈ ਕਿਸੇ ਦਾ ਭਤੀਜਾ ਹੈ, ਕਿਸੇ ਲੀਡਰ ਦਾ ਭਤੀਜਾ ਹੈ, ਕਿਸੇ ਮੰਤਰੀ ਦਾ ਰਿਸ਼ਤੇਦਾਰ ਹੈ, ਉਸ ਕਰਕੇ ਮੇਰੀ ਟਿਕਟ ਕੱਟੀ ਗਈ, ਉਸ ਦੇ ਖਿਲਾਫ ਮੇਰੀ ਲੜਾਈ ਹੈ ਔਰ ਉਸੇ ਖਿਲਾਫ ਮੈਂ ਆਵਾਜ਼ ਉਠਾਈ ਸੀ। ਇਸੇ ਕਰਕੇ ਮੈਂ ਆਜ਼ਾਦ ਕਾਗਜ਼ ਭਰੇ ਸੀ, ਇਸੇ ਕਰਕੇ ਸਾਰੀ ਕਾਂਗਰਸ ਪਾਰਟੀ ਮੇਰੇ ਪਿੱਛੇ ਮਜ਼ਬੂਤੀ ਨਾਲ ਖੜੀ ਸੀਗੀ। ਬਟ ਉਸ ਵਿੱਚ ਵੀ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਗਿਆ, ਮੈਨੂੰ ਕਿਹਾ ਕੁਛ ਗਿਆ, ਮੇਰੇ ਤੋਂ ਕਾਗਜ਼ ਵਾਪਸ ਕਰਵਾਏ ਗਏ ਔਰ ਉਸ ਤੋਂ ਬਾਅਦ ਨਤੀਜੇ ਤੁਹਾਡੇ ਸਾਹਮਣੇ ਹੈ ਕਿ ਕੋਈ ਵੀ ਉਹਨਾਂ ਨੇ ਇੱਥੋਂ ਤੱਕ ਵੀ ਕਿ ਮੇਰੀ ਗੱਲ ਵੀ ਸੁਣਨੀ ਜ਼ਰੂਰੀ ਨਹੀਂ ਸਮਝੀ। ਭਾਜਪਾ ਹੀ ਕਿਉਂ? ਕਿਉਂਕਿ ਦੇਖੋ ਮੈਂ ਇੱਕ ਨੌਜਵਾਨ ਹਾਂ, ਕੰਮ ਕੀਤਾ ਹੈ, ਮਿਹਨਤ ਕੀਤੀ ਹੈ, ਜ਼ਮੀਨ ਨਾਲ ਜੁੜੀ ਹੋਈ ਹਾਂ ਔਰ ਮੈਂ ਇਹ ਚਾਹੁੰਦੀ ਹਾਂ ਕਿ ਮੈਂ ਆਪਣੇ ਇਲਾਕੇ ਦਾ ਜੋ ਵੀ ਕੰਮ ਆ, ਜੋ ਵੀ ਆਪਣੇ ਇਲਾਕੇ ਵਾਸਤੇ ਇੱਕ ਸੁਪਨਾ ਆ, ਇੱਕ ਜਿਹੜੀ ਇੱਕ ਡਿਵੈਲਪਮੈਂਟ ਵਾਸਤੇ ਜੋ ਮੈਂ ਸੋਚ ਕੇ ਆਈ ਹਾਂ ਉਹ ਇੱਕ ਨੈਸ਼ਨਲ ਪਾਰਟੀ ਔਰ ਇੱਕ ਮਜ਼ਬੂਤ ਪਾਰਟੀ ਨਾਲ ਜੁੜ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ। ਅੱਜ ਕਿਸੇ ਵੀ ਹੋਰ ਪਾਰਟੀ ਨਾਲੋਂ ਜ਼ਿਆਦਾ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਹੀ ਇੰਨੀ ਸક્ષਮ ਹੈ ਕਿ ਜੋ ਸਾਨੂੰ ਡਿਵੈਲਪਮੈਂਟ ਵਾਸਤੇ ਔਰ ਸਾਡੇ ਸੁਨਾਮ ਦੇ ਜਿਹੜੇ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਹੈ ਉੱਥੇ ਕੰਮ ਕਰਵਾਉਣ ਵਾਸਤੇ ਸਾਡਾ ਸਾਥ ਦੇ ਸਕਦੀ ਹੈ। ਭਾਜਪਾ ਨੇ ਤੁਹਾਡੇ ਨਾਲ ਅਜਿਹਾ ਕੀ ਵਾਅਦਾ ਕੀਤਾ ਕਿ ਤੁਸੀਂ ਪੰਜੇ ਨੂੰ ਛੱਡ ਕੇ ਕਮਲ ਫੜ ਲਿਆ? ਨਹੀਂ ਕੋਈ ਵਾਅਦਾ ਨਹੀਂ, ਮੈਂ ਅਨਕੰਡੀਸ਼ਨਲੀ ਇਸ ਪਾਸੇ ਆਈ ਹਾਂ, ਕੋਈ ਕਿਸੇ ਤਰੀਕੇ ਦੀ ਕੋਈ ਸਾਡੀ ਕੋਈ ਉਹ ਨਹੀਂ ਹੋਈ, ਕੋਈ ਗੱਲ ਨਹੀਂ ਹੋਈ, ਕੁਛ ਨਹੀਂ ਹੋਇਆ। ਸਿਰਫ ਇਹ ਹੈ ਕਿ ਭਾਜਪਾ ਵਿੱਚ ਜੋ ਮੈਨੂੰ ਨਜ਼ਰ ਆਇਆ ਕਿ ਇੱਥੇ ਮਿਹਨਤ ਨੂੰ ਪਰਿਵਾਰ ਤੋਂ ਉੱਪਰ ਤਰਜੀਹ ਦਿੱਤੀ ਜਾਂਦੀ ਹੈ, ਇੱਥੇ ਲੀਡਰਾਂ ਦੇ ਬੱਚਿਆਂ ਨੂੰ ਅੱਗੇ ਨਹੀਂ ਕੀਤਾ ਜਾਂਦਾ ਔਰ ਇੱਥੇ ਜਿੰਨੇ ਵੀ ਲੋਕ ਹੈ, ਜਿੰਨੇ ਵੀ ਵੱਡੇ ਨਾਮ ਨੇ, ਜਿੰਨੇ ਵੀ ਲੀਡਰਸ ਨੇ, ਜਿੰਨੇ ਵੀ ਉਹ ਜ਼ਮੀਨ ਨਾਲ ਜੁੜੇ ਹੋਏ ਲੋਕ ਨੇ ਔਰ ਮਿਹਨਤ ਨੂੰ ਇੱਥੇ ਤਵੱਜੋ ਦਿੱਤੀ ਜਾਂਦੀ। ਕਿਸਾਨੀ ਅੰਦੋਲਨ ਤੋਂ ਬਾਅਦ ਵਿੱਚ ਭਾਜਪਾ ਪਾਰਟੀ ਦੇ ਉੱਤੇ ਇੱਕ ਵੱਡਾ ਅਸਰ ਪਿਆ ਸੀ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਉਹ ਵੀ ਵੱਡਾ ਚੈਲੰਜ ਆਊਗਾ ਉਹਦੇ ਵਿੱਚ? ਬਿਲਕੁਲ ਬਿਲਕੁਲ ਉਹ ਗੱਲ ਹੈ, ਬਟ ਕਿਸਾਨੀ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਸ਼ਾਇਦ ਇਹ ਹੋਇਆ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੇ ਮਾਫੀ ਵੀ ਮੰਗੀ ਔਰ ਉਹਨਾਂ ਨੇ ਉਸ ਚੀਜ਼ ਤੇ ਅਫਸੋਸ ਵੀ ਜ਼ਾਹਿਰ ਕੀਤਾ ਔਰ ਬਿਲਕੁਲ ਉਹ ਤਿੰਨੋਂ ਜਿਹੜੇ ਕਾਨੂੰਨ ਸੀਗੇ ਉਹ ਸਾਡੇ ਪੰਜਾਬ ਦੇ ਖਿਲਾਫ ਸਨ ਔਰ ਉਹ ਇਸੇ ਕਰਕੇ ਵਾਪਸ ਵੀ ਹੋਏ। ਸੋ ਉਸ ਚੀਜ਼ ਦਾ ਅੱਜ ਮੈਨੂੰ ਲੱਗਦਾ ਹੈ ਕਿ ਕੱਲ੍ਹ ਨੂੰ ਜਦੋਂ
ਪ੍ਰਾਈਮ ਮਿਨਿਸਟਰ ਸਾਹਿਬ ਕੋਈ ਮੋਦੀ ਜੀ ਕੋਈ ਇੱਥੇ ਵੱਡੇ ਫੈਸਲੇ ਲੈਣਗੇ ਕਿਸਾਨਾਂ ਵਾਸਤੇ, ਪੰਜਾਬ ਵਾਸਤੇ ਵੱਡੇ ਫੈਸਲੇ ਲੈਣਗੇ ਤਾਂ ਉਸ ਚੀਜ਼ ਦੇ ਨਾਲ ਵੱਡਾ ਅਸਰ ਜਾਊਗਾ ਲੋਕਾਂ ਵਿੱਚ। ਐਨਡੀਏ ਦੇ ਸਨਮੁਖ ਸਿੰਘ ਮੋਖਾ ਜੀ ਭਾਜਪਾ ਵੱਲੋਂ ਉਮੀਦਵਾਰ ਹੈਗੇ ਆ ਤੇ ਅਮਨ ਅਰੋੜਾ ਜੀ ਦਾ ਪਹਿਲਾਂ ਹੀ ਕਹਿ ਸਕਦੇ ਕਿ ਕਿਤੇ ਨਾ ਕਿਤੇ ਦਬਦਬਾ ਤਾਂ ਹੈਗਾ ਕਿ ਉਹਨਾਂ ਨੂੰ ਇੱਕ ਵੱਡਾ ਹੁੰਗਾਰਾ ਜਿਹੜਾ ਪਬਲਿਕ ਵੱਲੋਂ ਮਿਲਿਆ। ਤੁਹਾਨੂੰ ਲੱਗਦਾ ਇੱਕ ਵੱਡਾ ਚੈਲੰਜ ਹੋਊਗਾ? ਨਹੀਂ, ਇਸ ਤਰ੍ਹਾਂ ਬਣਾ ਪਾਉਂਗੇ? ਨਹੀਂ, ਬਿਲਕੁਲ ਬਹੁਤ ਵੱਡਾ ਚੈਲੰਜ ਹੈ, ਪਰ ਅਸੀਂ ਮਿਹਨਤ ਕਰਨ ਵਾਲੇ ਮਿਹਨਤ ਕਰਾਂਗੇ ਔਰ ਆਪਣੀ ਪਾਰਟੀ ਨੂੰ ਔਰ ਆਪਣੇ ਕੈਂਡੀਡੇਟ ਨੂੰ ਉੱਥੇ ਮਜ਼ਬੂਤੀ ਨਾਲ ਜਿਹੜੀ ਚੋਣ ਹੈ ਉਹ ਲੜਾਂਗੇ। ਭਾਜਪਾ ਦੇ ਵਿੱਚ ਆਪਣਾ ਕੀ ਫਿਊਚਰ ਦੇਖਦੇ ਹੋ? ਅੱਗੇ ਮੌਕਾ ਮਿਲਦਾ ਤਾਂ ਟਿਕਟ ਹਾਸਲ? ਮੇਰਾ ਫਿਊਚਰ ਇਹੀ ਹੈ ਕਿ ਮੈਂ ਇੱਕੋ ਇੱਕ ਉਦੇਸ਼ ਨਾਲ ਇਸ ਪਾਸੇ ਆਈ ਹਾਂ। ਮੈਂ ਸੁਨਾਮ ਦੀ ਰਹਿਣ ਵਾਲੀ ਹਾਂ, ਸੁਨਾਮ ਦੀ ਬੇਟੀ ਹਾਂ ਔਰ ਸੁਨਾਮ ਦਾ ਵਿਕਾਸ ਹੀ ਮੇਰੀ ਪ੍ਰਾਇਰਟੀ ਹੈ। ਉਹ ਉਦੋਂ ਹੀ ਹੋ ਸਕਦਾ ਹੈ ਜਦੋਂ ਮੈਂ ਥੋੜੀ ਤਾਕਤ ਹੋਊਗੀ, ਮੇਰੇ ਕੋਲ ਕੋਈ ਤਾਕਤ ਹੋਊਗੀ, ਕੋਈ ਉਹੇ ਜੀ ਮੇਰੇ ਕੋਲ ਹੈਸੀਅਤ ਹੋਊਗੀ ਕਿ ਮੈਂ ਆਪਣੇ ਸੁਨਾਮ ਵਿੱਚ ਡਿਵੈਲਪਮੈਂਟ ਕਰਵਾ ਸਕਾਂ। ਸੋ ਭਾਜਪਾ ਤੋਂ ਮੈਨੂੰ ਇੰਨੀ ਕੀ ਅਪੇਕਸ਼ਾ ਹੈ ਕਿ ਉਹ ਸੁਨਾਮ ਦੀ ਜਿਹੜੀ ਡਿਵੈਲਪਮੈਂਟ ਹੈ ਉਸ ਵਿੱਚ ਮੇਰਾ ਸਹਿਯੋਗ ਦੇਣਗੇ। ਲਗਾਤਾਰ ਕਾਂਗਰਸ ਸਰਕਾਰ ਵੱਲੋਂ ਟਿਕਟਾਂ ਕੱਟੀਆਂ ਗਈਆਂ, ਕਈ ਜਿਹੜੇ ਐਲੀਜੀਬਲ ਕੈਂਡੀਡੇਟ ਸੀ ਉਹਨਾਂ ਦੀ, ਤੁਹਾਨੂੰ ਕੀ ਲੱਗਦਾ ਵੀ ਐਗਜ਼ੈਕਟਲੀ ਇਹਦੇ ਪਿੱਛੇ ਕੀ ਰੀਜ਼ਨ ਆ? ਨਹੀਂ, ਦੇਖੋ ਮੈਂ ਬਾਕੀ ਟਿਕਟਸ ਤੇ ਗੱਲ ਨਹੀਂ ਕਰੂੰਗੀ, ਬਟ ਜੇ ਮੈਂ ਸੁਨਾਮ ਦੀ ਗੱਲ ਕਰਾਂ ਤਾਂ ਸੁਨਾਮ ਦੀ ਜਿਹੜੀ ਟਿਕਟ ਹੈ ਉਹ ਸਿਰਫ ਇੱਕ ਸਮਝੌਤੇ ਤਹਿਤ ਕੱਟੀ ਗਈ। ਇੱਕ ਕਿਸੇ ਦੇ ਲੀਡਰ ਦੇ ਭਤੀਜੇ ਨੂੰ ਐਡਜਸਟ ਕਰਨ ਲਈ, ਕਿਸੇ ਦੇ ਨਜ਼ਦੀਕੀ ਨੂੰ ਐਡਜਸਟ ਕਰਨ ਵਾਸਤੇ 2-3 ਸੀਟਸ ਜਿਹੜੀਆਂ ਚੇਂਜ ਹੋਈਆਂ ਔਰ ਉਹਦੇ ਪਿੱਛੇ ਸਿਰਫ ਇੱਕੋ ਹੀ ਕਾਰਨ ਸੀਗਾ, ਨਵਜੋਤ ਸਿੰਘ ਸਿੱਧੂ ਜੀ ਜਿਨ੍ਹਾਂ ਨੇ ਆਪਣੇ ਭਤੀਜੇ ਨੂੰ ਐਡਜਸਟ ਕਰਨਾ ਸੀ। ਸੋ ਧਮਾਨ ਵੀ ਤੁਹਾਡੇ ਕਹਿਣ ਦਾ ਭਾਵ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਦਾ ਕਰਕੇ ਤੁਹਾਡੀ ਟਿਕਟ ਕੱਟੀ ਗਈ? ਬਿਲਕੁਲ ਜੀ, ਉਹਨਾਂ ਦੇ ਕਰਕੇ, ਮਤਲਬ ਉਹਨਾਂ ਦਾ ਕੋਈ ਮੇਰੇ ਨਾਲ ਕੋਈ ਪ੍ਰੋਬਲਮ ਨਹੀਂ ਸੀ, ਪਰ ਉਹ ਆਪਣੇ ਭਤੀਜੇ ਨੂੰ ਅਮਰਗੜ੍ਹ ਤੋਂ ਐਡਜਸਟ ਕਰਨਾ ਚਾਹੁੰਦੇ ਸੀ, ਜਿਸ ਦੇ ਕਾਰਨ ਸੁਨਾਮ ਦੀ ਸੀਟ ਵੀ ਚੇਂਜ ਕੀਤੀ ਗਈ। ਬਟ ਅਫਸੋਸ ਇਸ ਗੱਲ ਤੇ ਹੋਇਆ ਕਿ ਸੁਨਾਮ ਦੇ ਸਰਵੇ, ਸੁਨਾਮ ਦੀਆਂ ਗਰਾਊਂਡ ਰਿਪੋਰਟ ਸਭ ਕੁਝ ਇਗਨੋਰ ਕਰ ਦਿੱਤਾ ਗਿਆ, ਮਿਹਨਤ ਇਗਨੋਰ ਕਰ ਦਿੱਤੀ ਗਈ, ਇੱਕ ਨੌਜਵਾਨ ਦਾ ਫਿਊਚਰ ਇਗਨੋਰ ਕਰ ਦਿੱਤਾ ਗਿਆ, ਇੱਕ ਇਹੋ ਜਿਹਾ ਵਿਅਕਤੀ ਇਗਨੋਰ ਕਰ ਦਿੱਤਾ ਗਿਆ ਜਿਹੜਾ ਇੰਨੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰਦਾ ਆ ਰਿਹਾ ਔਰ ਸਿਰਫ ਇੱਕ ਲੀਡਰ ਨੂੰ ਐਡਜਸਟ ਕਰਨ ਲਈ ਉਸਦੇ ਭਤੀਜੇ ਨੂੰ ਟਿਕਟ ਦੇ ਦਿੱਤੀ ਗਈ। ਬਹੁਤ ਬਹੁਤ ਧੰਨਵਾਦ। ਸੋ ਦਾਮਨ ਥਿੰਦ ਬਾਜਵਾ ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਟਿਕਟ ਕੱਟਣ ਦਾ ਕਾਰਨ ਜਿਹੜਾ ਸੀਗਾ ਉਹ ਭਾਈ ਭਤੀਜਾਵਾਦ ਵੀ ਸੀ ਤਾਂ ਸਿੱਧੂ ਦੇ ਕਿਸੇ ਕਰੀਬੀ ਰਿਸ਼ਤੇਦਾਰ ਨੂੰ ਜਿਹੜੀ ਆ ਉਹ ਟਿਕਟ ਦੇ ਦਿੱਤੀ ਗਈ। ਉਹਨਾਂ ਦੀ ਟਿਕਟ ਕੱਟ ਕੇ ਉਹਨਾਂ ਨੇ ਨਾਲ ਦੇ ਨਾਲ ਦੱਸਿਆ ਕਿ ਵਰਕਰਾਂ ਦਾ ਜਿਹੜਾ ਕੰਮ ਦਾ ਕਹਿ ਲਓ ਕਿ ਮੁੱਲ ਨਹੀਂ ਪਾਇਆ ਗਿਆ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਕੀਤੀ ਗਈ ਮਿਹਨਤ ਤੋਂ ਬਾਅਦ ਨਜ਼ਰ ਅੰਦਾਜ਼ ਕੀਤਾ ਗਿਆ। ਅਤੇ ਇਸ ਦੇ ਨਾਲ ਹੀ ਉਹਨੇ ਕਿਹਾ ਕਿ ਇੱਕ ਭਾਜਪਾ ਹੀ ਅਜਿਹੀ ਪਾਰਟੀ ਹੈ ਜਿਹੜੀ ਕਿ ਸਭ ਤੋਂ ਜ਼ਿਆਦਾ ਮਜ਼ਬੂਤ ਪਾਰਟੀ ਹੈ, ਜਿਸ ਦੇ ਨਾਲ ਜੁੜ ਕੇ ਉਹ ਸੁਨਾਮ ਦੇ ਲਈ ਹੋਰ ਜ਼ਿਆਦਾ ਕੰਮ ਕਰ ਸਕਦੇ ਨੇ। ਕੈਮਰਾਮੈਨ ਕਰਨ ਦੇ ਨਾਲ ਮਮਤਾ, ਸਕਰੋਲ ਪੰਜਾਬ।